ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 466 ਤੋਂ ਲੈ ਕੇ 467 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੂਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜੀਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਖਤ ਕੀ ਸਾਰ ਨ ਜਾਣਾ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ। ਹਾਂਜੀ ਸੰਗਤ ਜੀ, ਇਸ ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹਉਮੈ ਦੀ ਗੱਲ ਕਰ ਰਹੇ ਨੇ। ਜਿਸ ਤਰ੍ਹਾਂ ਇਹ ਹਉਮੈ ਹੈ, ਇਹ ਹਉਮੈ ਪੈਦਾ ਵੀ ਵਾਹਿਗੁਰੂ ਜੀ ਦੀ ਪਰਮਾਤਮਾ ਦੀ ਕੀਤੀ ਹੋਈ ਹੈ ਅਤੇ ਇਹਦਾ ਇਲਾਜ ਵੀ ਵਾਹਿਗੁਰੂ ਜੀ ਨੇ ਹੀ ਰੱਖਿਆ ਹੋਇਆ। ਕਹਿੰਦੇ ਜੀਵ ਦਾ ਜਿਹੜਾ ਜਨਮ ਹੈ ਹਉਮੈ ਦੇ ਕਾਰਨ ਹੋ ਜਾਂਦਾ। ਹਉਮੈ ਦੇ ਵਿੱਚ ਹੀ ਜੀਵ ਦਾ ਜਨਮ ਹੁੰਦਾ ਅਤੇ ਹਉਮੈ ਵਿੱਚ ਹੀ ਫਿਰ ਉਹਦੀ ਮੌਤ ਹੋ ਜਾਂਦੀ ਹੈ, ਜਦ ਤੱਕ ਉਹਨੂੰ ਇਸ ਹਉਮੈ ਦੀ ਸਮਝ ਨਹੀਂ ਲੱਗਦੀ। ਹਉ ਦੇ ਵਿੱਚ ਹੀ ਦੇਣ ਲੈਣ ਕਰਦਾ ਸਾਰਾ, ਹਉ ਦੇ ਵਿੱਚ ਹੀ ਹਉਮੈ ਦੇ ਵਿੱਚ ਹੀ ਆਪਣਾ ਕੰਮ ਧੰਦਾ ਕਰਦਾ, ਹਉਮੈ 'ਚ ਹੀ ਉਹਨੂੰ ਘਾਟਾ ਹੁੰਦਾ, ਹਉਮੈ 'ਚ ਹੀ ਉਹਨੂੰ ਵਾਧਾ ਹੁੰਦਾ, ਹਉਮੈ ਦੇ ਵਿੱਚ ਹੀ ਉਹ ਚੰਗੇ ਕੰਮ ਕਰਦਾ, ਚੰਗੇ ਕੰਮ ਕਰਨ ਨਾਲ ਵੀ ਹਉਮੈ ਆਉਂਦੀ ਆ, ਹਉਮੈ ਦੇ ਵਿੱਚ ਹੀ ਉਹ ਮਾੜੇ ਕੰਮ ਕਰਦਾ, ਝੂਠਾ ਵੀ ਹਉਮੈ 'ਚ ਬਣਦਾ ਅਤੇ ਸੱਚਾ ਵੀ ਹਉਮੈ 'ਚ ਬਣਦਾ। ਹਉਮੈ ਦੇ ਕਾਰਨ ਇਹ ਪਾਪ ਪੁੰਨ ਦੀ ਵਿਚਾਰ ਉਹਦੇ ਮਨ 'ਚ ਆਉਂਦੀ ਆ। ਇਸ ਹਉਮੈ ਦੇ ਕਾਰਨ ਹੀ ਉਹਦਾ ਮੁੜ ਮੁੜ ਕੇ ਜਨਮ ਹੁੰਦਾ ਨਰਕ ਵਿੱਚ ਸੁਰਗ ਵਿੱਚ, ਜਿਸ ਤਰ੍ਹਾਂ ਵੀ ਉਹਦਾ ਹੈਗਾ ਕਰਮਾਂ ਦੇ ਅਨੁਸਾਰ। ਅਤੇ ਹਉਮੈ ਦੇ ਵਿੱਚ ਹੀ ਉਹ ਹੱਸਦਾ ਅਤੇ ਹਉਮੈ 'ਚ ਹੀ ਰੋਂਦਾ। ਹਉਮੈ ਦੇ ਵਿੱਚ ਹੀ ਉਹ ਮੈਲ ਉਹਨੂੰ ਲੱਗਦੀ ਹੈ ਵਿਕਾਰਾਂ ਦੀ। ਜਦੋਂ ਵਿਕਾਰਾਂ ਦੀ ਮੈਲ ਉਹਦੀ ਖਤਮ ਹੁੰਦੀ ਆ ਫਿਰ ਵੀ ਉਹ ਹਉਮੈ ਦੇ ਵਿੱਚ ਹੀ ਹੁੰਦੀ ਆ। ਹਉਮੈ ਵਿੱਚ ਹੀ ਕਹਿੰਦੇ ਉਹਦੀ ਜਿਹੜੀ ਉਹਨੂੰ ਹੁੰਦਾ ਜਾਤ ਦਾ ਆਪਣੀ ਦਾ ਮਾਣ ਵਗੈਰਾ ਹੁੰਦਾ। ਹਉਮੈ ਦੇ ਕਾਰਨ ਹੀ ਉਹ ਮੂਰਖਤਾ ਹੀ ਕਰਦਾ, ਹਉਮੈ ਦੇ ਵਿੱਚ ਹੀ ਉਹ ਸਿਆਣਾ ਹੁੰਦਾ। ਪਰ ਕਹਿੰਦੇ ਜਦੋਂ ਤੱਕ ਉਹਨੂੰ ਇਸ ਹਉਮੈ ਦੀ ਸਮਝ ਨਹੀਂ ਲੱਗਦੀ, ਉਦੋਂ ਤੱਕ ਉਹਨੂੰ ਵਿਕਾਰਾਂ ਤੋਂ ਮੁਕਤੀ ਦੀ ਸਮਝ ਨਹੀਂ ਲੱਗਦੀ। ਜਿਹੜੀ ਅਸਲ ਦੇ ਵਿੱਚ ਮੁਕਤੀ ਹੈਗੀ ਆਵਾਗਮਨ ਤੋਂ, ਉਹਦੀ ਉਹਨੂੰ ਉਦੋਂ ਤੱਕ ਸਮਝ ਨਹੀਂ ਲੱਗਦੀ ਜਦੋਂ ਤੱਕ ਉਹਨੂੰ ਹਉਮੈ ਦੀ ਸਮਝ ਨਹੀਂ ਲੱਗਦੀ। ਹਉਮੈ ਹੈਗੀ ਦਵੈਤ ਹੋਣੀ, ਜਿਸ ਤਰ੍ਹਾਂ ਉਹਨੇ ਜੀਵ ਨੂੰ ਇਹ ਅਹਿਸਾਸ ਨਾ ਹੋਣਾ ਕਿ ਉਹ ਪਰਮਾਤਮਾ ਦਾ ਹੀ ਰੂਪ ਆ, ਪਰਮਾਤਮਾ ਦੀ ਉਹ ਅੰਸ਼ ਆ। ਆਪ ਨੂੰ ਅਲੱਗ ਅਤੇ ਪਰਮਾਤਮਾ ਨੂੰ ਅਲੱਗ ਦੇਖਣਾ, ਇਹੀ ਹਉਮੈ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਕਹਿੰਦੇ ਹਉਮੈ ਦੇ ਵਿੱਚ ਹੀ ਉਹ ਮਾਇਆ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ, ਹਉਮੈ ਦੇ ਵਿੱਚ ਹੀ ਉਹਨੂੰ ਫਿਰ ਮਾਇਆ ਦਾ ਪ੍ਰਭਾਵ ਲੱਗਿਆ ਰਹਿੰਦਾ। ਪਰਮੇਸ਼ਰ ਨੇ ਕਹਿੰਦੇ ਹਉਮੈ ਪਾ ਕੇ ਹੀ ਕਹਿੰਦੇ ਸਾਰੇ ਜੀਵ ਪੈਦਾ ਕੀਤੇ ਨੇ। ਜਿਹੜੇ ਜੀਵ ਕਹਿੰਦੇ ਇਸ ਹਉਮੈ ਨੂੰ ਸਮਝ ਲੈਂਦੇ ਨੇ, ਉਹਨਾਂ ਨੂੰ ਫਿਰ ਪਰਮੇਸ਼ਰ ਦਾ ਦਰ ਨਜ਼ਰ ਆਉਂਦਾ। ਇਸ ਹਉਮੈ ਦੇ ਗਿਆਨ ਤੋਂ ਬਿਨਾਂ ਕਹਿੰਦੇ ਜੀਵ ਜਿੰਨਾ ਮਰਜ਼ੀ ਗੱਲਾਂ ਕਰਦੇ ਨੇ, ਉਹ ਜਿਸ ਤਰ੍ਹਾਂ ਨਾ ਆਪਣੇ ਆਪ ਅੰਦਰੋਂ ਝੂਰਦੇ ਨੇ।
ਇਹ ਨਾਨਕ ਜੀ ਕਹਿੰਦੇ ਨੇ ਜਿਹੜੀ ਇਹ ਹਉਮੈ ਆ ਇਹ ਉਸ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਲਿਖੀ ਗਈ ਹੈ ਜੀਵ ਲਈ। ਕਿਉਂਕਿ ਜੀਵ ਕਹਿੰਦੇ ਹਉਮੈ ਦੇ ਕਾਰਨ ਜਿਹਾ ਵੇਖੈ ਤੇਹਾ ਵੇਖ, ਜਿਸ ਤਰ੍ਹਾਂ ਉਹਨੂੰ ਲੱਗਦਾ ਉਸ ਤਰ੍ਹਾਂ ਹੀ ਉਹ, ਜਿਸ ਤਰ੍ਹਾਂ ਦੇਖਦਾ ਉਸ ਤਰ੍ਹਾਂ ਹੀ ਸਮਝਦਾ। ਉਹਨੂੰ ਅੰਦਰਲੀ ਗੱਲ ਨਹੀਂ ਸਮਝ ਲੱਗਦੀ ਕਿ ਜੀਵ ਤੇ ਪਰਮੇਸ਼ਰ ਇੱਕ ਹੀ ਹੈ। ਉਹ ਸਿਰਫ ਉੱਪਰੋਂ ਜਿਵੇਂ ਉਹਨੂੰ ਦਿਸਦਾ ਉਵੇਂ ਸਮਝਦਾ। ਮਹੱਲਾ ਦੂਜਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਏਹੀ ਬੰਧਨਾ, ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਪਈਐ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਹੇ। ਹਾਂਜੀ, ਕਹਿੰਦੇ ਇਹ ਜਿਹੜੀ ਹਉਮੈ ਹੈ, ਜੀਵ ਇਹਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਕਰਦਾ, ਜਿਹੜੇ ਆਪਣੇ ਜੀਵਨ ਦੇ ਦੌਰਾਨ ਕਰਦਾ। ਫਿਰ ਕਹਿੰਦੇ ਜਿਹੜੀ ਇਹ ਹਉਮੈ ਆ, ਇਹ ਹਉਮੈ ਦੇ ਕਾਰਨ ਹੀ ਜੀਵ ਦਾ ਜਨਮ ਹੁੰਦਾ, ਫਿਰ ਉਹਦੇ ਅਨੁਸਾਰ ਹੀ ਉਹ ਕਰਮ ਕਰਦਾ। ਇਹ ਫਿਰ ਹਉਮੈ ਦੇ ਕਾਰਨ ਹੀ ਜੀਵ ਨੂੰ ਬੰਧਨ ਪੈਂਦੇ ਨੇ, ਉਹਨਾਂ ਬੰਧਨਾਂ ਕਰਕੇ ਮੁੜ ਕੇ ਫਿਰ ਜੀਵ ਦਾ ਜਨਮ ਹੁੰਦਾ, ਅਤੇ ਹਉਮੈ ਹੀ ਸਾਰਾ ਕੁਛ ਕਰਾ ਰਹੀ ਆ। ਫਿਰ ਕਹਿੰਦੇ ਇਹ ਹਉਮੈ ਆਉਂਦੀ ਕਿੱਥੋਂ ਆ ਅਤੇ ਕੀ ਕੀਤਾ ਜਾਵੇ ਕਿ ਇਹ ਹਉਮੈ ਖਤਮ ਹੋ ਜਾਏ, ਇਹਦਾ ਕੀ ਇਲਾਜ ਆ। ਫਿਰ ਇਹ ਆਪ ਹੀ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜੀ ਇਹ ਹਉਮੈ ਆ ਇਹ ਪਰਮੇਸ਼ਰ ਦਾ ਹੁਕਮ ਆ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹਉਮੈ ਬਣੀ ਹੋਈ ਆ, ਉਹਦੇ ਅਨੁਸਾਰ ਹੀ ਫਿਰ ਜੀਵ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ, ਜਿਵੇਂ ਉਹਨਾਂ ਦੇ ਸੁਭਾਅ ਬਣੇ ਨੇ ਉਹਦੇ ਅਨੁਸਾਰ ਹੀ ਹਉਮੈ ਦੇ ਵਿੱਚ ਹੁਣ ਕੰਮ ਕਰ ਰਹੇ ਨੇ। ਕਹਿੰਦੇ ਹਉਮੈ ਚਾਹੇ ਇਹ ਲੰਮਾ ਰੋਗ ਹੈ, ਲੰਮਾ ਕਿਉਂ, ਵੀ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਜੀਵ ਨੂੰ ਇਹ ਹਉਮੈ ਚਿੰਬੜੀ ਹੋਈ ਆ, ਪਰ ਕਹਿੰਦੇ ਇਹ ਲਾ ਇਲਾਜ ਨਹੀਂ ਹੈਗਾ, ਹਉਮੈ ਦਾ ਇਲਾਜ ਵੀ ਹੈਗਾ। ਹਉਮੈ ਦਾ ਇਲਾਜ ਕੀ ਆ, ਕਹਿੰਦੇ ਜਿਹਦੇ ਉੱਪਰ ਪਰਮੇਸ਼ਰ ਕਿਰਪਾ ਕਰ ਦਿੰਦੇ ਨੇ, ਗੁਰੂ ਨੂੰ ਮਿਲਾ ਦਿੰਦੇ ਨੇ, ਉਹ ਜੀਵ ਫਿਰ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦਾ ਨਾਮ ਜਪਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਨਾਮ ਜਪਦੇ ਨੇ, ਪਰਮੇਸ਼ਰ ਦੀ ਰਹਿਮਤ ਹੋ ਜਾਂਦੀ ਹੈ, ਤਾਂ ਉਹਨਾਂ ਦਾ ਇਹ ਹਉਮੈ ਦਾ ਰੋਗ ਖਤਮ ਹੋ ਜਾਂਦਾ। ਇਹਦਾ ਇਹ ਇਲਾਜ ਆ। ਕਹਿੰਦੇ ਪੌੜੀ। ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਤੇ ਆਇਆ। ਓਨੀ ਮੰਦੈ ਪੈਰ ਨ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ, ਉਸ ਸੱਚੇ ਦੀ ਆਰਾਧਨਾ ਕੀਤੀ, ਉਹ ਸੰਤੋਖ 'ਚ ਆ ਗਏ। ਉਹਨਾਂ ਨੇ ਕਹਿੰਦੇ ਕਿਸੇ ਮੰਦੇ ਪਾਸੇ ਵੱਲ ਪੈਰ ਨਹੀਂ ਰੱਖਿਆ, ਉਹਨਾਂ ਨੇ ਕਹਿੰਦੇ ਚੰਗਾ ਕਰਮ ਕੀਤਾ। ਚੰਗਾ ਕਰਮ ਹੁੰਦਾ ਧਰਮ ਕਮਾਇਆ। ਫਿਰ ਉਹਨਾਂ ਨੇ ਕਹਿੰਦੇ ਸੰਸਾਰ ਦੇ ਜਿਹੜੇ ਸੰਸਾਰਕ ਆਲ ਜੰਜਾਲ ਨੇ ਉਹਨਾਂ ਨਾਲੋਂ ਰਿਸ਼ਤਾ ਤੋੜ ਲਿਆ। ਉਹਨਾਂ ਨੇ ਖਾਣ ਪੀਣ ਦਾ ਵੀ ਇੰਨਾ ਕੁ ਹੀ ਰੱਖਿਆ ਜਿੰਨਾ ਕਿ ਸਰੀਰ ਨੂੰ ਕਾਇਮ ਰੱਖਣ ਲਈ ਜ਼ਰੂਰੀ ਆ। ਉਹ ਹੋਰ ਪਦਾਰਥਕ ਭੋਗਾਂ ਰਸਾਂ ਕਸਾਂ 'ਚ ਨਹੀਂ ਪੈਂਦੇ। ਕਹਿੰਦੇ ਪਰਮੇਸ਼ਰ ਨੇ ਜਿਸ 'ਤੇ ਬਖਸ਼ਿਸ਼ ਕੀਤੀ ਉਸ ਨੂੰ ਕਹਿੰਦੇ ਸਵਾਇਆ ਗੱਫਾ ਦਿੱਤਾ ਆਪਣੀ ਭਗਤੀ ਦਾ, ਬੜੀ ਬਖਸ਼ਿਸ਼ ਕੀਤੀ। ਫਿਰ ਉਹਨਾਂ ਜੀਵਾਂ ਨੇ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਉਸ ਵੱਡੇ ਨੂੰ ਪਾ ਲਿਆ।
ਵਡਿਆਈ ਵੱਡਾ ਪਾਇਆ, ਉਹਦੀ ਸਿਫਤ ਸਲਾਹ ਕੀਤੀ, ਉਹਦੇ ਗੁਣ ਗਾਇਨ ਕੀਤੇ, ਉਹਦਾ ਨਾਮ ਜਪਿਆ ਤੇ ਉਹਨੂੰ ਪਾ ਲਿਆ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰਪੰਡਾਂ, ਅੰਡਜ ਜੇਰਜ ਉਤਪਜਾਂ, ਖਾਣੀ ਸੇਤ ਜਾਂ, ਸੋ ਮਿਤ ਜਾਣੈ ਨਾਨਕਾ, ਸਰਾਂ ਮੇਰਾ ਜਨਤਾ। ਕਹਿੰਦੇ ਸਾਰੇ ਪੁਰਖ, ਸਾਰੇ ਜੀਵ, ਸਾਰੇ ਜਿਹੜੇ ਬਿਰਖ ਨੇ ਤੇ ਦਰਖਤ ਵਗੈਰਾ, ਸਾਰੇ ਤੀਰਥ, ਸਾਰੇ ਤੱਟ, ਬੱਦਲ, ਖੇਤ, ਹੋਰ ਦੀਪ, ਹੋਰ ਜਿਹੜੇ ਹੈਗੇ ਨੇ 14 ਲੋਕ, ਸਾਰੇ ਖੰਡ ਮੰਡਲ, ਜਿਹੜੀਆਂ ਚਾਰੇ ਖਾਣੀਆਂ ਨੇ, ਇਹ ਅੰਡ ਜੇਰਜ ਉਤਪੁਜ ਸੇਤਜ, ਜਿਹੜੇ ਜੀਵ ਪੈਦਾ ਕੀਤੇ ਨੇ ਸਤਿਗੁਰ ਪਰਮੇਸ਼ਰ ਨੇ, ਇਹ ਨਾਨਕ ਜੀ ਕਹਿੰਦੇ ਸਰੋਵਰ, ਪਰਬਤ, ਹੋਰ ਸਾਰੇ ਜੰਤ, ਜੋ ਕੁਛ ਜੀਵ ਪਰਮੇਸ਼ਰ ਨੇ ਸਭ ਸ੍ਰਿਸ਼ਟੀ ਜਿਹੜੀ ਪੈਦਾ ਕੀਤੀ ਆ, ਉਹਦੀ ਸਾਰੀ ਦੀ ਸੰਭਾਲ ਵੀ ਪਰਮੇਸ਼ਰ ਆਪ ਹੀ ਕਰਦਾ। ਨਾਨਕ ਜੰਤ ਉਪਾਏ ਕੈ, ਸੰਭਾਲੈ ਸਭਨਾ, ਜਿਨ ਕਰਤੈ ਕਰਨਾ ਕੀਆ, ਚਿੰਤਾ ਫਿਕਰਨੀ ਤਹਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਤ, ਤਿਸ ਤਿਸ ਦੀਵਾਨ ਅਪੱਗ, ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤੱਗ। ਕਹਿੰਦੇ ਪਰਮੇਸ਼ਰ ਆਪ ਹੀ ਸਾਰੇ ਜੀਅ ਜੰਤ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਆਪ ਕਰਦਾ। ਜਿਸ ਪਰਮੇਸ਼ਰ ਨੇ ਕਹਿੰਦੇ ਸ੍ਰਿਸ਼ਟੀ ਸਾਜੀ ਆ, ਜੀਵ ਪੈਦਾ ਕੀਤੇ ਨੇ, ਉਹਨਾਂ ਦੀ ਚਿੰਤਾ ਵੀ, ਉਹਨਾਂ ਦੇ ਪਾਲਣ ਦੀ, ਰਿਜ਼ਕ ਦੀ ਪਰਮੇਸ਼ਰ ਨੂੰ ਆਪ ਹੀ ਹੈ। ਪਰਮੇਸ਼ਰ ਨੇ ਜਗਤ ਉਪਾਇਆ ਅਤੇ ਉਹਦੀ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਪਰਮੇਸ਼ਰ ਨੇ ਆਪ ਲਈ ਆ। ਕਹਿੰਦੇ ਉਸ ਪਰਮੇਸ਼ਰ ਨੂੰ ਨਮਸਕਾਰ ਆ, ਉਹਦੀ ਜੈ ਜੈਕਾਰ ਆ, ਜਿਹਦਾ ਕਹਿੰਦੇ ਇਹ ਹੁਕਮ ਅਟੱਲ ਵਰਤ ਰਿਹਾ ਹੈ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਹੋਰ ਟਿੱਕੇ ਲਾਉਣੇ, ਹੋਰ ਜਨੇਊ ਪਾਉਣੇ, ਇਹ ਹੋਰ ਕਿਸੇ ਕੰਮ ਨਹੀਂ। ਸਭ ਤੋਂ ਉੱਪਰ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ ਜਿਹਨੇ ਇਹ ਸ੍ਰਿਸ਼ਟੀ ਸਾਜੀ ਹੈ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਵਾਨ, ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ, ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨੀਸਾਨ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਚਾਹੇ ਲੱਖਾਂ ਚੰਗੇ ਕੰਮ ਕਰ ਲਏ, ਲੱਖਾਂ ਪੁੰਨ ਦਾਨ ਕਰ ਲਏ ਅਤੇ ਲੱਖਾਂ ਹੀ ਤਪ ਕਰ ਲੈ, ਤੀਰਥਾਂ 'ਤੇ ਜਾਏ, ਜੰਗਲਾਂ ਵਿੱਚ ਭੌਂਦਾ ਫਿਰੇ, ਕਹਿੰਦੇ ਲੱਖਾਂ ਹੀ ਯੁੱਧ ਜਿੱਤ ਲਵੇ, ਸੂਰਮਤਾਈ ਦਿਖਾਏ, ਅਤੇ ਸੂਰਮਤਾਈ ਦਿਖਾਉਂਦਿਆਂ ਰਣ ਭੂਮੀ 'ਚ ਉਹਦੇ ਪ੍ਰਾਣ ਵੀ ਤਿਆਗ ਦਏ। ਲੱਖਾਂ ਹੀ ਤਰ੍ਹਾਂ ਨਾਲ ਜੀਵ ਪਰਮੇਸ਼ਰ 'ਚ ਸੁਰਤੀ ਜੋੜਨ, ਉਹਦੇ ਗਿਆਨ ਧਿਆਨ ਦੀਆਂ ਗੱਲਾਂ ਕਰਨ, ਹੋਰ ਪਾਠ ਕਰਨ, ਪੁਰਾਣ, ਇੱਦਾਂ ਸਾਰੇ ਧਾਰਮਿਕ ਗ੍ਰੰਥ ਪੜ੍ਹਨ। ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਆ, ਜਿਹਨੇ ਸਾਰਿਆਂ ਦਾ ਇੱਥੇ ਜਨਮ ਦਾ ਮਰਨ ਦਾ ਸਾਰਾ ਇਹ ਖੇਡ ਬਣਾਇਆ ਹੋਇਆ, ਕਹਿੰਦੇ ਉਸ ਪਰਮੇਸ਼ਰ ਦੀ ਜਿਹੜੀ ਬਖਸ਼ਿਸ਼ ਆ, ਉਹਦੇ ਤੋਂ ਬਿਨਾਂ ਹੋਰ ਕੁਛ ਵੀ ਕੰਮ ਕੀਤਾ ਜਾਏ ਕੋਈ ਲੇਖੇ 'ਚ ਨਹੀਂ ਪੈ ਸਕਦਾ। ਜਦ ਤੱਕ ਪਰਮੇਸ਼ਰ ਦੀ ਰਹਿਮਤ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ,
ਕਿਸੇ ਜੀਵ ਦਾ ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਇਹ ਸਭ ਜਿਹੜੇ ਹੈਗੇ ਨੇ ਕਰਮ ਕੀਤੇ ਹੋਏ, ਇਹ ਜੀਵ ਦੀ ਆਪਣੀ ਬੁੱਧੀ ਤੋਂ ਕੀਤੇ ਹੋਏ ਕਰਮ ਨੇ। ਪਰ ਜੋ ਪ੍ਰਵਾਨ ਹੋਣਾ ਉਹ ਪਰਮੇਸ਼ਰ ਦੀ ਬਖਸ਼ਿਸ਼ ਨਾਲ, ਫਿਰ ਉਹਦਾ ਸੱਚਾ ਨਿਸ਼ਾਨ ਲੱਗਦਾ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇਹ ਤਿਸ ਮਿਲੈ, ਸੱਚ ਤਾਂ ਤਿੰਨੀ ਸੱਚ ਕਮਾਇਆ। ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਐ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਇੱਕ ਉਸ ਪਰਮੇਸ਼ਰ ਨੇ ਆਪਣੇ ਸੱਚੇ ਨਾਮ ਨੂੰ ਵਰਤਾਇਆ। ਕਹਿੰਦੇ ਜਿਸ ਨੂੰ ਉਹਨੇ ਇਹ ਆਪਣੇ ਨਾਮ ਦੀ ਦਾਤ ਦੇ ਦਿੱਤੀ, ਉਹਨੇ ਹੀ ਉਹਦਾ ਨਾਮ ਜਪਿਆ। ਜਪਿਆ ਕਿਹਨਾਂ ਨੇ? ਜਿਹਨੂੰ ਸਤਿਗੁਰ ਦਾ ਮਿਲਾਪ ਹੋਇਆ ਅਤੇ ਸਤਿਗੁਰ ਦੇ ਰਾਹੀਂ ਨਾਮਦਾਨ ਮਿਲਿਆ। ਉਸ ਜੀਵ ਨੇ ਸੱਚੇ ਨਾਮ ਦੀ ਕਮਾਈ ਕੀਤੀ ਤਾਂ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਅਤੇ ਸੱਚ ਨੂੰ ਪਾਇਆ। ਸੱਚ ਪਰਮੇਸ਼ਰ। ਇੱਕ ਕਹਿੰਦੇ ਜੀਵ ਮਨਮੁਖ ਨੇ ਜੋ ਸਤਿਗੁਰ ਦੀ ਸ਼ਰਨ ਨਹੀਂ ਆਉਂਦੇ, ਉਹਨਾਂ ਨੇ ਆਪਣਾ ਜਿਹੜਾ ਮਨੁੱਖਾ ਜਨਮ ਆ ਵਿਅਰਥ ਗਵਾ ਦਿੱਤਾ। ਉਹ ਕਹਿੰਦੇ ਦੁਨੀਆ 'ਚ ਆਏ ਹੀ ਕਿਉਂ? ਮਨੁੱਖਾ ਜਨਮ ਉਹਨਾਂ ਨੂੰ ਮਿਲਿਆ ਹੀ ਕਿਉਂ ਆਏ? ਕਹਿੰਦੇ ਆਉਣਾ ਵਿਅਰਥ ਹੋ ਗਿਆ। ਇਸ ਜਨਮ ਦਾ ਮਨੋਰਥ ਹੈ ਉਹਦਾ ਨਾਮ ਜਪਣਾ ਅਤੇ ਉਹਦੇ ਵਿੱਚ ਅਭੇਦ ਹੋ ਜਾਣਾ। ਜਿਹਨੇ ਨਾਮ ਨਹੀਂ ਜਪਿਆ ਕਹਿੰਦੇ ਜਨਮਿਆ ਹੀ ਕਿਉਂ ਦੁਨੀਆ 'ਚ। ਸ਼ਲੋਕ ਮਹੱਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀਐ, ਪੜ੍ਹ ਪੜ੍ਹ ਭਰੀਐ ਸਾਥ। ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਜਿਹੜੇ ਲੋਕ ਕਿਤਾਬਾਂ ਪੜ੍ਹਦੇ ਸੀ ਜ਼ਿਆਦਾ, ਫਿਰ ਉਹ ਆਪਣੀਆਂ ਕਿਤਾਬਾਂ ਗੱਡਿਆਂ ਉੱਪਰ ਲੱਦ ਲੈਂਦੇ ਸੀ। ਫਿਰ ਦੇਖਦੇ ਹੁੰਦੇ ਸੀ ਵੀ ਜਿਹਦੇ ਜ਼ਿਆਦਾ ਗੱਡੇ ਭਰੇ ਹੋਏ ਨੇ ਉਹਦੇ ਹਿਸਾਬ ਨਾਲ ਉਹਨਾਂ ਜ਼ਮਾਨਿਆਂ 'ਚ ਉਹਨਾਂ ਨੂੰ ਵਿਦਵਾਨ ਗਿਣਦੇ ਸੀਗੇ, ਪੰਡਤ ਲੋਕਾਂ ਨੂੰ। ਵੀ ਜਿਹਦੇ 2 ਗੱਡੇ ਭਰੇ ਆ ਰਹੇ ਨੇ, 3 ਗੱਡੇ ਭਰੇ ਆ ਰਹੇ ਨੇ ਕਿਤਾਬਾਂ ਦੇ, ਉਸ ਹਿਸਾਬ ਨਾਲ ਕਿੰਨੇ ਕਿੰਨੇ ਢੇਰ ਲੱਗੇ ਹੋਏ ਨੇ। ਇਸ ਤਰ੍ਹਾਂ ਦੀ ਇੱਕ ਸਾਖੀ ਕਬੀਰ ਜੀ ਦੇ ਸਮੇਂ ਦੀ ਵੀ ਛੋਟੀ ਆਪਾਂ ਸੰਖੇਪ ਵਿੱਚ ਗੱਲ ਕਰਦੇ ਹਾਂ। ਕਬੀਰ ਜੀ ਦੇ ਵੀ ਸ਼ਹਿਰ ਦਾ ਕੋਈ ਰਹਿਣ ਵਾਲਾ ਸੀ ਜਿਹਨੇ ਇੱਦਾਂ ਹੀ ਕਿਤਾਬਾਂ ਬਹੁਤ ਪੜ੍ਹੀਆਂ ਸੀ। 3-3 ਗੱਡੇ ਉਹ ਭਰੀ ਰੱਖਦਾ ਸੀ ਕਿਤਾਬਾਂ ਦੇ। ਅਤੇ ਬੜਾ ਉਹਨੂੰ ਹੰਕਾਰ ਹੋ ਗਿਆ ਸੀ। ਅਤੇ ਉਹਦੀ ਮਾਂ ਬਹੁਤ ਸਿਆਣੀ ਸੀਗੀ ਅਤੇ ਉਹਦੀ ਮਾਂ ਨੂੰ ਇਹ ਸੀਗਾ ਕਿ ਵੀ ਇਹ ਹੰਕਾਰ ਵਿੱਚ ਡੁੱਬ ਜਾਣਾ, ਇਹਨੇ ਤਰਨਾ ਨਹੀਂ ਹੈਗਾ ਸੰਸਾਰ ਤੋਂ। ਉਹਨੇ ਫਿਰ ਇੱਕ ਵਾਰ ਕਿਹਾ ਕਿ ਵੀ ਚੱਲ ਠੀਕ ਆ, ਮੈਂ ਮੰਨਦੀ ਹਾਂ ਵੀ ਤੂੰ ਵਿਦਵਾਨ ਆ, ਵੀ ਕਬੀਰ ਨਾਲੋਂ ਵੀ ਜ਼ਿਆਦਾ ਵਿਦਵਾਨ ਆ, ਵੀ ਤੇਰੇ ਇਹ ਗੱਡੇ 3 ਭਰੇ ਹੋਏ ਨੇ ਅਤੇ ਉਹਦੇ ਕੋਲ ਨਹੀਂ ਭਰਿਆ ਹੋਇਆ ਕਿਤਾਬਾਂ ਦਾ ਗੱਡਾ। ਵੀ ਇੱਕ ਵਾਰ ਮੇਰੀ ਜਿੱਦਾਂ ਤਸੱਲੀ ਲਈ ਕਬੀਰ ਕੋਲ ਜਾ ਅਤੇ ਇੱਕ ਵਾਰ ਲਿਖਵਾ ਕੇ ਲਿਆ ਦੇ ਵੀ ਤੂੰ ਕਬੀਰ ਨਾਲੋਂ ਜ਼ਿਆਦਾ ਵਿਦਵਾਨ ਆ। ਅਤੇ ਉਹਨੇ ਕਿਹਾ ਇਹ ਤਾਂ ਗੱਲ ਹੀ ਕੁਛ ਨਹੀਂ ਨਾ। ਅਤੇ ਚਲੇ ਗਿਆ ਕਬੀਰ ਜੀ ਦੇ ਹੰਕਾਰ ਵਿੱਚ, ਅੰਦਰ ਨਹੀਂ ਗਿਆ, ਬਾਹਰੋਂ ਆਵਾਜ਼ਾਂ ਮਾਰੀਆਂ ਕਬੀਰ ਜੀ ਨੂੰ। ਅਤੇ ਉਹ 'ਤੇ ਭਗਤ ਸਾਹਿਬਾਨ ਮਤਲਬ ਪੂਰੀ ਨਿਮਰਤਾ, ਉਹਨਾਂ ਨੂੰ ਤਾਂ ਕੋਈ ਗੱਲ ਹੀ ਨਹੀਂ ਸੀ। ਉਹ ਆਏ, ਗੱਲ ਦੱਸੀ ਵੀ ਇੱਦਾਂ, ਉਹਨਾਂ ਨੇ ਲਿਖ ਕੇ ਦੇ ਦਿੱਤਾ। ਜਦੋਂ ਲਿਖ ਕੇ ਲੈ ਗਿਆ, ਦਿਖਾਇਆ ਆਪਣੇ ਮਾਤਾ ਨੂੰ, ਤਾਂ ਉਹ ਲਿਖਿਆ ਤਾਂ ਕਬੀਰ ਜੀ ਨੇ ਆਪਣੇ ਵੱਲੋਂ ਇਹੀ ਸੀਗਾ ਅਤੇ ਨਾਲ ਸਾਈਨ ਕਰਾਉਣੇ ਸੀਗੇ। ਜਾਂਦਿਆਂ ਨੂੰ ਉੱਥੇ ਗੱਲ ਬਦਲੀ ਹੋਈ ਸੀ, ਉੱਥੇ ਉਲਟ ਹੋਇਆ ਹੋਇਆ ਸੀ ਵੀ ਕਬੀਰ ਜੀ ਜ਼ਿਆਦਾ ਵਿਦਵਾਨ ਨੇ। ਫਿਰ ਦੂਜੀ ਵਾਰ ਆਇਆ,
ਫਿਰ ਕਹਿੰਦਾ ਹੁਣ ਇਸ ਤਰ੍ਹਾਂ ਕਰਦੇ ਆ ਵੀ ਲਿਖ ਕੇ ਸਾਰਾ ਕੁਝ ਮੈਂ ਦਿੰਨਾ, ਸਿਰਫ ਸਾਈਨ ਕਰ ਦਿਓ ਵੀ ਕਿਤੇ ਗਲਤੀ ਨਾਲ ਲਿਖ ਦਿੱਤਾ ਹੋਵੇ। ਤੇ ਫਿਰ ਦੂਜੀ ਵਾਰ ਜਾਂਦਿਆਂ ਨੂੰ ਜਦੋਂ ਮਾਤਾ ਕੋਲ ਗਏ ਫਿਰ ਗੱਲ ਬਦਲੀ ਹੋਈ, ਕਬੀਰ ਜੀ ਜ਼ਿਆਦਾ ਵਿਦਵਾਨ ਨੇ। ਫਿਰ ਤੀਜੀ ਵਾਰ ਆਇਆ, ਤੀਜੀ ਵਾਰ ਫਿਰ ਐਵੇਂ ਹੋਈ, ਫਿਰ ਚੌਥੀ ਵਾਰ ਆ ਕੇ ਕਬੀਰ ਜੀ ਦੇ ਪੈਰੀਂ ਡਿੱਗ ਗਿਆ। ਜਿਹੜੇ ਭਗਤ ਨੇ ਨਾ ਉਹਨਾਂ ਦੀ ਲਾਜ ਪਰਮੇਸ਼ਰ ਰੱਖਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ, ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਇੰਨਾ ਪੜ੍ਹਾਈ ਕਰ ਲਵੇ ਕਿ ਆਪਣੇ ਗੱਡੇ ਲੱਦ ਲਵੇ ਕਿਤਾਬਾਂ ਦੇ ਪੜ੍ਹ ਕੇ, ਉਹਦੇ ਨਾਲ ਖਾਤੇ ਵੀ ਪੂਰੇ ਜਾਣ, ਬੇੜੀਆਂ ਭਰ ਲਵੇ ਪੜ੍ਹ ਕੇ, ਇੰਨੀਆਂ ਕਿਤਾਬਾਂ ਪੜ੍ਹ ਲਵੇ, ਅਤੇ ਫਿਰ ਜਿੰਨੇ ਵੀ ਸਾਲ ਦੇ ਵਿੱਚ ਮਹੀਨੇ ਨੇ ਸਾਰੇ ਮਹੀਨੇ ਪੜ੍ਹੀ ਜਾਵੇ, ਸਾਲਾਂ ਦੇ ਸਾਲ ਪੜ੍ਹੀ ਜਾਵੇ, ਸਾਰੀ ਉਮਰ ਪੜ੍ਹਦਾ ਹੀ ਰਹੇ, ਪੂਰੇ ਜਦ ਤੱਕ ਸਾਹ ਨੇ ਪੜ੍ਹਦਾ ਹੀ ਰਹੇ। ਫਿਰ ਵੀ ਕਹਿੰਦੇ ਇਹ ਜਿਹੜੀ ਪੜ੍ਹਾਈ ਕੀਤੀ ਹੈ, ਵਿਦਵਤਾ ਕੀਤੀ ਆ, ਇਹ ਸਭ ਹਉਮੈ 'ਚ ਆ। ਜਿਹੜੀ ਇੱਕ ਗੱਲ ਪਰਮੇਸ਼ਰ ਦੇ ਦਰ ਪ੍ਰਵਾਨ ਹੋਣੀ ਆ ਉਹ ਇਹੀ ਹੈ ਕਿ ਪਰਮੇਸ਼ਰ ਦਾ ਨਾਮ। ਕਹਿੰਦੇ ਜਿੰਨੀਆਂ ਮਰਜ਼ੀ ਪੜ੍ਹਾਈਆਂ ਕਰ ਲਓ, ਉਹਦੇ ਦਰ 'ਤੇ ਪ੍ਰਵਾਨ ਨਹੀਂ ਪੈਣੀਆਂ। ਉਹਦੇ ਦਰ 'ਤੇ ਜੋ ਪ੍ਰਵਾਨ ਪੈਣਾ ਉਹ ਉਸ ਪਰਮੇਸ਼ਰ ਦਾ ਜਪਿਆ ਨਾਮ ਹੀ ਪ੍ਰਵਾਨ ਪੈਣਾ। ਉਹਦਾ ਸੱਚ ਦਾ ਨਿਸ਼ਾਨ ਉਹਦੇ ਨਾਮ ਜਪੇ 'ਤੇ ਹੀ ਲੱਗਣਾ। ਸਹੀ ਸਮਝਾਉਂਦੇ ਨੇ ਸਾਨੂੰ ਪਾਤਸ਼ਾਹ, ਕਹਿੰਦੇ ਉਹਦਾ ਨਾਮ ਜਪੀਏ, ਉਹਦੇ ਨਾਮ ਦੇ ਨਾਲ ਹੀ ਖਲਾਸੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਮੁਆਫ ਕਰਨੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਿਓ ਜੀ। ਅੱਗੇ ਤੋਂ ਸਮੱਤ ਦਿਓ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।